Hello everyone, welcome to Victor's Knowledge. This is Chinu Sharma, and today we are going to take up a very important mega revision lecture on Indian economy. So I'll be covering more than 100 MCQs in this important lecture, and also I'll be focusing firstly on important policies and programs launched by Indian government from time to time. So starting with first question. ਸੋ ਆਪਣੇ ਕੋਲ ਚਾਰ ਆਪਸ਼ਨਸ ਨੇ ਐਂਡ ਵੀ ਹੈਵ ਟੂ ਟੈਲ ਕਿ ਇਹਨਾਂ ਚਾਰਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਗਲਤ ਹੈ, ਕਿਹੜੀ ਆਪਸ਼ਨ ਇਨਕਰੈਕਟ ਹੈ। ਸੋ ਦ ਇਨਕਰੈਕਟ ਆਪਸ਼ਨ here is option A. The launch year is not 2013. The right answer here would be 2014. ਸੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ 2014 ਵਿੱਚ ਲਾਂਚ ਕੀਤੀ ਗਈ ਸੀ। ਬਾਕੀ ਤਿੰਨ ਸਟੇਟਮੈਂਟ ਬਿਲਕੁਲ ਕਰੈਕਟ ਨੇ। ਜਿਹੜੀ ਇਹ ਸਕੀਮ ਹੈ ਇਹ ਫਾਈਨੈਂਸ਼ੀਅਲ ਇਨਕਲੂਜਨ ਸਕੀਮ ਹੈ। ਇਹਦੇ ਵਿੱਚ ਇਹ ਇਨਸ਼ੋਰ ਕੀਤਾ ਜਾਂਦਾ ਕਿ ਹਰ ਫੈਮਿਲੀ ਦੇ ਕੋਲ ਘੱਟ ਤੋਂ ਘੱਟ ਇੱਕ ਬੈਂਕ ਅਕਾਊਂਟ ਹੋਵੇ, ਨਾਲ ਇੱਕ ਰੁਪਏ ਡੈਬਿਟ ਕਾਰਡ ਦਿੱਤਾ ਜਾਂਦਾ ਜਿਹਦੇ ਅੰਦਰ 1 ਲੱਖ ਤੱਕ ਦੀ ਐਕਸੀਡੈਂਟਲ ਅਮਾਉਂਟ ਕਵਰ ਕੀਤੀ ਗਈ ਹੈ। ਸੋ ਇੱਕ ਫਾਈਨੈਂਸ਼ੀਅਲ ਹੈਲਪ ਹੈ ਸਰਕਾਰ ਦੇ ਦੁਆਰਾ। ਨੈਕਸਟ ਹੈ ਸਵਾਵਲੰਬਨ ਸਕੀਮ ਕਿਹੜੇ ਸਾਲ ਵਿੱਚ ਲਾਂਚ ਹੋਈ ਸੀ। ਸੋ ਦਿਸ ਵਾਸ ਲਾਂਚਡ ਇਨ 2010 ਜਦੋਂ ਵੀ ਤੁਸੀਂ ਕੋਈ ਸਕੀਮ ਤਿਆਰ ਕਰਨੀ ਹੈ, ਸਪੈਸ਼ਲੀ ਦ ਸਕੀਮਸ ਜਿਹੜੀਆਂ ਪਿਛਲੇ 2014 ਸਾਲ ਤੋਂ ਸਟਾਰਟ ਹੋਈਆਂ ਨੇ, ਪਿਛਲੇ ਜਿਹੜੇ ਦੋ ਟਾਈਮ ਰਿਹਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਦਾ, ਸੋ ਉਦੋਂ ਤੋਂ ਜਿਹੜੀਆਂ ਸਟਾਰਟ ਹੋਈਆਂ ਨੇ ਕਿਉਂਕਿ ਮੋਸਟਲੀ ਇਹ ਦੇਖਿਆ ਜਾਂਦਾ ਹੈ ਕਿ ਉਹੀ ਬਾਰ-ਬਾਰ ਐਗਜ਼ਾਮ ਵਿੱਚ ਆ ਰਹੀਆਂ ਨੇ ਜਿਹੜੀਆਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਸਕੀਮਸ ਆਈਆਂ ਨੇ, ਕਿਉਂਕਿ ਉਹ ਬਾਰ-ਬਾਰ ਨਿਊਜ਼ ਵਿੱਚ ਵੀ ਰਹਿੰਦੀਆਂ ਨੇ। ਸੋ ਐਗਜ਼ਾਮਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਹੁਣ ਆਪਾਂ ਨੇ ਮੇਨ ਉਹਨਾਂ ਸਕੀਮਸ ਤੇ ਫੋਕਸ ਕਰਨਾ ਹੈ। ਸੋ ਤੁਸੀਂ ਟਰਾਈ ਕਰੋ ਕਿ ਸਾਲ 2014 ਤੋਂ ਬਾਅਦ ਵਾਲੀਆਂ ਸਪੈਸ਼ਲੀ ਜਿੰਨੀਆਂ ਸਕੀਮਸ ਨੇ ਉਹਨਾਂ ਦੇ ਤੁਹਾਨੂੰ ਬੇਸਿਕ ਆਬਜੈਕਟਿਵ ਤੇ ਨਾਲ ਲਾਂਚ ਈਅਰ ਵਿਦ ਡੇਟਸ ਯਾਦ ਹੋਣੇ ਚਾਹੀਦੇ ਹਨ। ਨੈਕਸਟ ਇਜ਼ ਥਰਡ ਕੁਐਸਚਨ, ਰੂਰਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਕੌਣ ਇਹਨੂੰ ਆਪਰੇਸ਼ਨਲਾਈਜ਼ ਕਰਦਾ ਹੈ, ਇਹਨੂੰ ਚਲਾਉਂਦਾ ਕੌਣ ਹੈ। ਸੋ RIDF ਨੂੰ ਆਪਰੇਸ਼ਨਲਾਈਜ਼ ਕਰਦਾ ਹੈ ਜਿਹੜਾ ਇੰਡੀਆ ਦਾ ਸਭ ਤੋਂ ਟੌਪ ਐਗਰੀਕਲਚਰ ਦੇ ਨਾਲ ਰਿਲੇਟਡ ਬੈਂਕ ਹੈ ਵਿਚ ਇਜ਼ ਕਾਲਡ ਨਬਾਰਡ, ਆਪਸ਼ਨ D। ਨੈਕਸਟ ਆਪਣੇ ਕੋਲ ਚਾਰ ਆਪਸ਼ਨਸ ਨੇ ਐਂਡ ਆਪਾਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਨਾਲ ਰਿਲੇਟਡ ਕਿਹੜੀ ਆਪਸ਼ਨ ਕਰੈਕਟ ਹੈ। ਸੋ ਫਰਸਟ ਆਪਸ਼ਨ ਹੈ ਕਿ ਇਹਦੇ ਅੰਦਰ 1 ਸਾਲ ਤੱਕ ਦਾ ਲਾਈਫ ਇੰਸ਼ੋਰੈਂਸ ਦਿੱਤਾ ਜਾਂਦਾ ਹੈ ਤੇ ਜਿਹੜਾ ਏਜ ਗਰੁੱਪ ਕਵਰ ਕੀਤਾ ਗਿਆ ਹੈ ਜਿਹਦੇ ਲਈ ਇਹ ਸਕੀਮ ਹੈ, ਸੋ ਟਾਰਗੇਟ ਏਜ ਗਰੁੱਪ ਹੈ 18 ਤੋਂ 50 ਸਾਲ ਤੇ ਨਾਲ ਹੀ ਜਿਹੜੀ ਲਾਈਫ ਇੰਸ਼ੋਰੈਂਸ ਸਕੀਮ ਹੈ ਇਹਦਾ ਟਾਈਮ ਪੀਰੀਅਡ ਵਨ ਟਾਈਮ ਲਈ 1 ਸਾਲ ਮੈਂਸ਼ਨ ਕੀਤਾ ਹੋਇਆ, ਪਰ ਜੇ ਆਪਾਂ ਚਾਹੁੰਦੇ ਹਾਂ ਤਾਂ ਇਹਨੂੰ ਆਪਾਂ ਰਿਨਿਊ ਕਰਵਾ ਸਕਦੇ ਹਾਂ ਈਅਰ ਟੂ ਈਅਰ। ਸੋ ਇਹ ਤਿੰਨੋਂ ਆਪਸ਼ਨ ਬਿਲਕੁਲ ਕਰੈਕਟ ਨੇ ਵਿਦ ਰਿਗਾਰਡ ਟੂ PM ਜੀਵਨ ਜੋਤੀ ਬੀਮਾ ਯੋਜਨਾ। ਸੋ ਰਾਈਟ ਆਂਸਰ here is option D, all of the above. Next is very important question ਜੋ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ, ਪ੍ਰਧਾਨ ਮੰਤਰੀ ਮੁਦਰਾ ਯੋਜਨਾ। ਸੋ ਇਹਦੇ ਅੰਦਰ 3 ਪ੍ਰੋਡਕਟਸ ਦੀ ਗੱਲ ਕੀਤੀ ਗਈ ਹੈ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਇਨੀਸ਼ੀਏਟਿਵ ਪ੍ਰੋਡਕਟ ਨਹੀਂ ਹੈ। ਸੋ that is ਵ੍ਰਿਧੀ, ਆਪਸ਼ਨ B। ਬਾਕੀ ਸ਼ਿਸ਼ੂ, ਤਰੁਣ, ਕਿਸ਼ੋਰ ਜਿਹੜੇ ਇਹਦੇ ਅੰਦਰ ਇਨੀਸ਼ੀਏਟਿਵ ਦਿੱਤੇ ਗਏ ਨੇ, ਜਿਵੇਂ ਜਿਵੇਂ ਜਿਹੜੀ ਰਾਸ਼ੀ ਹੈ, ਪੈਸਾ ਹੈ, ਉਹ ਵੰਡਿਆ ਗਿਆ ਅਕੋਰਡਿੰਗਲੀ। ਸੋ ਉਹ 3 ਕੈਟੇਗਰੀਜ਼ ਦੇ ਅੰਦਰ ਦਿੱਤਾ ਗਿਆ ਹੈ, ਸ਼ਿਸ਼ੂ, ਤਰੁਣ ਤੇ ਕਿਸ਼ੋਰ। ਸੋ ਵ੍ਰਿਧਾ ਇਹਦਾ ਰੋਂਗ ਆਂਸਰ ਹੈ। ਨੈਕਸਟ ਇਜ਼ ਅੰਤਯੋਦਿਆ ਅੰਨ ਯੋਜਨਾ ਕਿਹੜੇ ਸਾਲ ਵਿੱਚ ਲਾਂਚ ਕੀਤੀ ਗਈ ਸੀ। ਸੋ ਦ ਲਾਂਚਿੰਗ ਈਅਰ ਇਜ਼ 2000, ਆਪਸ਼ਨ C। ਮਿਡ ਡੇ ਮੀਲ ਸਕੀਮ ਕਿਹੜੇ ਸਾਲ ਵਿੱਚ ਲਾਂਚ ਹੋਈ ਸੀ। ਵੈਰੀ ਇੰਪੋਰਟੈਂਟ, ਮਿਡ ਡੇ ਮੀਲ ਸਕੀਮ ਵਾਸ ਲਾਂਚਡ ਇਨ ਦ ਈਅਰ 1995, ਆਪਸ਼ਨ B। ਨੈਕਸਟ ਇਜ਼ ਕਿਹੜੀ ਸਕੀਮ ਹੈ ਜਿਹਨੂੰ ਦੋ ਸਕੀਮਸ ਨੂੰ ਆਪਸ ਦੇ ਵਿੱਚ ਜੋੜ ਕੇ ਇੱਕ ਸਿੰਗਲ ਸਕੀਮ ਦੀ ਤੌਰ ਤੇ ਇੰਟਰੋਡਿਊਸ ਕਰ ਦਿੱਤਾ ਗਿਆ। ਸੋ ਇਹਦੇ ਅੰਦਰ ਇੱਕ ਤਾਂ ਨਿਊਟ੍ਰੀਸ਼ਨ ਪ੍ਰੋਗਰਾਮ ਫॉर ਐਡੋਲੈਸੈਂਟ ਗਰਲ ਨੂੰ ਮਰਜ ਕਰਤਾ, ਨਾਲ ਹੀ ਕਿਸ਼ੋਰੀ ਸ਼ਕਤੀ ਯੋਜਨਾ ਨੂੰ। ਸੋ ਇਹਨਾਂ ਦੋਨਾਂ ਨੂੰ ਮਿਲਾ ਕੇ ਜਿਹੜੀ ਨਵੀਂ ਸਕੀਮ ਨਿਕਲੀ ਹੈ that is ਸਬਲਾ, ਆਪਸ਼ਨ A। 9th ਕੁਐਸਚਨ, ਅੰਨਪੂਰਨਾ ਸਕੀਮ ਲਾਂਚ ਕੀਤੀ ਗਈ 2001 ਦੇ ਵਿੱਚ ਕਿਹੜੀ ਮਿਨਿਸਟਰੀ ਦੇ ਦੁਆਰਾ। ਸੋ ਅੰਨਪੂਰਨਾ ਸਕੀਮ ਨੂੰ ਲਾਂਚ ਕੀਤਾ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੇ, ਆਪਸ਼ਨ B। ਸੋ ਇਹਨਾਂ ਸਕੀਮਸ ਦੀਆਂ ਮਿਨਿਸਟਰੀਜ਼, ਲਾਂਚਿੰਗ ਅਥਾਰਟੀਜ਼ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਹੜੇ ਮੈਂ ਤੁਹਾਨੂੰ ਐਪਸ ਪੋਰਟਲ ਵਾਲੇ ਕੁਐਸਚਨ ਕਰਾਏ ਸੀ ਉਹਦੇ ਵਿੱਚ ਵੀ ਮੈਂ ਸਪੈਸ਼ਲ ਐਮਫੈਸਿਸ ਦਿੱਤਾ ਸੀ ਲਾਂਚਿੰਗ ਅਥਾਰਟੀਜ਼ ਤੇ, ਕਿਉਂਕਿ ਕਾਫੀ ਵਾਰੀ ਦੇਖਣ ਨੂੰ ਮਿਲਿਆ ਕਿ ਐਗਜ਼ਾਮ ਦੇ ਵਿੱਚ ਜੇ ਥੋੜਾ ਜਿਹਾ ਟਵਿਸਟ ਕਰਨਾ ਹੁੰਦਾ ਐਗਜ਼ਾਮੀਨਰ ਨੇ ਕੁਐਸਚਨ ਤਾਂ ਉਹ ਲਾਂਚ ਕਿਨੇ ਕੀਤਾ ਉਹ ਚੀਜ਼ ਬਾਰੇ ਪੁੱਛ ਲੈਂਦੇ ਨੇ। ਸੋ ਯੂ ਮਸਟ ਰਿਮੈਂਬਰ ਦ ਡਿਫਰੈਂਟ ਮਿਨਿਸਟਰੀਜ਼ which are time to time
launching various platforms, various portals, apps, and schemes. NDC National Development Council ਇਕੋਨਮੀ ਦੇ ਨਾਲ ਰਿਲੇਟਡ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਲੈਨਿੰਗ ਕਮਿਸ਼ਨ ਬਾਰੇ ਪੁੱਛਿਆ ਜਾ ਸਕਦਾ ਹੈ ਤੁਹਾਨੂੰ। ਨੀਤੀ ਆਯੋਗ ਕਿਹੜੇ ਸਾਲ ਵਿੱਚ ਆਈ, ਉਹਨੇ ਪਲੈਨਿੰਗ ਕਮਿਸ਼ਨ ਨੂੰ ਰਿਪਲੇਸ ਕਦੋਂ ਕੀਤਾ। ਸੋ ਬੇਸਿਕ ਜਿਹੇ ਕੁਐਸਚਨ ਨੇ ਜਿਹੜੇ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ ਜਦੋਂ ਵੀ ਤੁਸੀਂ ਇੰਡੀਅਨ ਇਕੋਨਮੀ ਨੂੰ ਤਿਆਰ ਕਰਦੇ ਹੋ। ਨੈਸ਼ਨਲ ਡਿਵੈਲਪਮੈਂਟ ਕਾਉਂਸਿਲ ਇਹਨੂੰ ਸੈਟਅਪ ਕੀਤਾ ਗਿਆ 1952 ਵਿੱਚ। ਇਕੋਨੋਮਿਕ ਪਲਾਨਿੰਗ ਕਿਹੜੀ ਲਿਸਟ ਦੇ ਅੰਦਰ ਆਉਂਦਾ। ਸੋ ਇਹ ਕੰਕਰੈਂਟ ਲਿਸਟ ਦਾ ਹਿੱਸਾ ਹੈ ਆਪਸ਼ਨ ਸੀ। ਜਦੋਂ ਆਪਾਂ ਸੰਵਿਧਾਨ ਦੀ ਗੱਲ ਕਰਦੇ ਹਾਂ ਕਨਸਟੀਟਿਊਸ਼ਨ ਦੀ ਤਾਂ ਆਪਾਂ ਨੂੰ ਪਤਾ ਹੈ ਵੀ ਉਹਦੇ ਐਂਡ ਤੇ ਆਪਣੇ ਕੋਲ 3 ਲਿਸਟ ਆਉਂਦੀਆਂ ਨੇ। ਜਿਹੜੀ ਯੂਨੀਅਨ ਲਿਸਟ ਹੈ ਉਹਦੇ ਵਿੱਚ ਜਿਹੜੇ ਸੈਂਟਰ ਦੇ ਆਪਣੇ ਕੰਮ ਨੇ ਉਹਨਾਂ ਦੇ ਬਾਰੇ ਹੈ। ਜਿੱਥੇ ਜਿੱਥੇ ਸਟੇਟ ਦਾ ਮੇਨ ਫਰਸਟ ਰੋਲ ਹੈ, ਜਿੱਥੇ ਜਿਹੜੇ ਏਰੀਆ ਸਟੇਟ ਦੇ ਕੰਟਰੋਲ 'ਚ ਆਉਂਦੇ ਨੇ ਉਹ ਸਟੇਟ ਲਿਸਟ ਵਿੱਚ ਆਉਂਦੇ ਨੇ। ਜਿੱਥੇ ਯੂਨੀਅਨ ਤੇ ਸਟੇਟ ਦੋਨੋਂ ਮਿਲ ਕੇ ਕੰਮ ਕਰਦੀਆਂ ਨੇ ਉਹ ਹੈ ਤੀਜੀ ਲਿਸਟ ਕੰਕਰੈਂਟ। ਸੋ economic planning concurrent list ਦਾ subject ਹੈ। this is also important question. next is ਜਿਹੜੇ 5 ਸਾਲਾ ਪਲਾਨ ਸੀ 5-year plans of India, ਇਹਨਾਂ ਦੀ ਮੇਨ ਮਨਸ਼ਾ ਕੀ ਸੀ। ਇੰਡਸਟਰੀ ਨੂੰ ਕਿਸ ਤਰੀਕੇ ਦੇ ਨਾਲ ਡਿਵੈਲਪ ਕਰਨ ਦੀ objective ਦੇ ਨਾਲ ਇਹ ਪਲਾਨਸ ਲਿਆਂਦੇ ਗਏ। so to develop the country industrially through public, private, joint and cooperative sector. so through these 4 different sector ਜਿਹੜੇ ਇੰਡਸਟਰੀ ਹੈ ਉਹਨੂੰ ਡਿਵੈਲਪ ਕਰਨ ਦੀ ਗੱਲ ਕੀਤੀ ਹੈ 5 ਸਾਲਾ ਪਲਾਨਸ ਦੇ ਅੰਦਰ। 13th question planning in India derives its objective from। ਜਿਹੜੀ ਪਲਾਨਿੰਗ ਹੈ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ, ਸੰਵਿਧਾਨ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਜਿਹੜੀ ਇੰਡੀਆ ਦੀ ਪਲਾਨਿੰਗ ਹੈ ਉਹ ਕਿਹੜੀ ਚੀਜ਼ ਚੋਂ ਨਿਕਲ ਕੇ ਆਉਂਦੀ ਹੈ। ਸੋ ਪਲਾਨਿੰਗ ਨਿਕਲ ਕੇ ਆਉਂਦੀ ਹੈ DPSPs ਤੋਂ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਤੋਂ, ਆਪਸ਼ਨ ਬੀ। Next again very important static GK question economics ਦੇ father ਕਿਹਨੂੰ ਕਿਹਾ ਜਾਂਦਾ ਹੈ। very basic but important question who is called the father of economics। so he is Adam Smith, option C। concept of 5-year plan ਕਿਹਨੇ introduce ਕੀਤਾ। so ਇਹ concept ਨੂੰ introduce ਕੀਤਾ ਸੀ ਜਵਾਹਰ ਲਾਲ ਨਹਿਰੂ ਨੇ, option B। India's economic planning cannot be said to be। ਸੋ ਜਿਹੜੀ ਇੰਡੀਆ ਦੀ ਇਕਨੋਮਿਕ ਪਲਾਨਿੰਗ ਹੈ ਇਹਨੂੰ ਆਪਾਂ ਇੰਪੈਰੇਟਿਵ ਨਹੀਂ ਕਹਿ ਸਕਦੇ, ਆਪਸ਼ਨ ਬੀ। ਇੰਪੈਰੇਟਿਵ ਦਾ ਸਿੰਪਲ ਸ਼ਬਦਾਂ ਦੇ ਵਿੱਚ ਮਤਲਬ ਹੈ ਸਮਥਿੰਗ ਅਰਜੈਂਟ। ਸੋ ਇੰਡੀਆ ਜਿਹੜੀ ਇਕਨੋਮਿਕ ਪਲਾਨਿੰਗ ਰਹੀ ਹੈ ਸ਼ੁਰੂ ਤੋਂ ਉਹ ਇੱਕ ਟਾਈਮ ਬਾਉਂਡ ਰਹੀ ਹੈ। ਕੋਈ ਵੀ ਕਾਲੀ ਕਰਕੇ ਇਹ ਨਹੀਂ ਕਿਹਾ ਕਿ ਤੁਸੀਂ 2 ਦਿਨ ਦਾ ਪਲਾਨ ਬਣਾ ਕੇ ਇਹਨੂੰ ਇੰਪਲੀਮੈਂਟ ਕਰਵਾਓ। ਜਿਵੇਂ ਆਪਾਂ ਨੂੰ ਪਤਾ ਹੈ ਪਹਿਲਾਂ 5 ਸਾਲਾ ਪਲਾਨ ਆਏ, ਕੁਝ ਵੱਡੇ ਉਸ ਤੋਂ ਪਲਾਨ ਵੀ ਆਏ ਸੀ। ਸੋ ਇਸੇ ਤਰੀਕੇ ਦੇ ਨਾਲ ਜਿਹੜੇ ਇਕਨੋਮਿਕ ਪਲਾਨਿੰਗ ਹੈ ਉਹਨੂੰ ਆਪਾਂ ਇੰਪੈਰੇਟਿਵ ਨਹੀਂ ਕਹਿ ਸਕਦੇ, ਉਹਨੂੰ ਆਪਾਂ ਅਰਜੈਂਟ ਨਹੀਂ ਕਹਿ ਸਕਦੇ। ਨੈਕਸਟ ਹੈ ਪਲਾਨਿੰਗ ਕਮਿਸ਼ਨ ਦੇ ਡੈਪੂਟੀ ਚੇਅਰਮੈਨ ਕੌਣ ਸੀ। ਸੋ ਇਹਨਾਂ ਦੇ ਵਿੱਚੋਂ ਪਲਾਨਿੰਗ ਕਮਿਸ਼ਨ ਦਾ ਕੋਈ ਵੀ ਡੈਪੂਟੀ ਚੇਅਰਮੈਨ ਨਹੀਂ ਹੈ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ, ਨਨ ਆਫ ਦੀ ਅਬਵ। ਨੈਕਸਟ ਹੈ ਜਿਹੜੇ ਚੇਅਰਮੈਨ ਹੈ, ਡੈਪੂਟੀ ਚੇਅਰਮੈਨ ਹੈ ਪਲਾਨਿੰਗ ਕਮਿਸ਼ਨ ਦਾ, ਉਹਦਾ ਰੈਂਕ ਕਿਹੜਾ ਹੁੰਦਾ ਹੈ। ਸੋ ਆਪਾਂ ਨੇ ਉੱਪਰ ਦੇਖ ਲਿਆ ਵੀ ਨਾ ਤਾਂ ਪ੍ਰਾਈਮ ਮਿਨਿਸਟਰ ਹੁੰਦਾ ਹੈ, ਨਾ ਫਾਈਨੈਂਸ, ਨਾ ਕਾਮਰਸ ਮਿਨਿਸਟਰ। ਸੋ ਉਹ ਇੱਕ ਇਹੋ ਜਿਹਾ ਪਰਸਨ ਹੁੰਦਾ ਹੈ ਜਿਹੜਾ ਕੋਈ ਕੈਬਨਿਟ ਮਿਨਿਸਟਰ ਦਾ ਰੈਂਕ ਹੋਲਡ ਕਰਦਾ ਹੈ, ਉਹਨੂੰ ਡੈਪਟੀ ਚੇਅਰਮੈਨ ਬਣਾਇਆ ਜਾਂਦਾ ਸੀ ਪਲਾਨਿੰਗ ਕਮਿਸ਼ਨ ਦਾ। ਸੋ ਆਪਸ਼ਨ ਸੀ ਉਰੇ ਰਾਈਟ ਆਂਸਰ ਹੈ। ਡੀਸੈਂਟਰਲਾਈਜੇਸ਼ਨ ਸਿਸਟਮ। ਡੀਸੈਂਟਰਲਾਈਜੇਸ਼ਨ ਦਾ ਮਤਲਬ ਹੈ ਕਿ ਸਰਕਾਰ ਨੂੰ ਛੋਟੇ ਲੋਕਲ ਲੈਵਲ ਦੇ ਉੱਤੇ ਵੰਡਿਆ ਜਾਵੇ, ਅਲੱਗ-ਅਲੱਗ ਜਾਣਿਆਂ ਨੂੰ ਅਲੱਗ-ਅਲੱਗ ਤਰੀਕੇ ਦੀ ਜਿਹੜੀ ਪਾਵਰ ਹੈ ਉਹ ਦਿੱਤੀ ਜਾਵੇ, ਸੈਂਟਰਲਾਈਜ਼ ਕੀਤਾ ਜਾਵੇ ਜਿਹਦੇ ਨਾਲ ਹਰ ਏਰੀਆ ਉੱਤੇ ਜਿਹੜੀ ਫੋਕਸ ਕਰਕੇ ਪ੍ਰੋਪਰ ਤਰੀਕੇ ਨਾਲ ਸਰਕਾਰ ਚਲਾਈ ਜਾ ਸਕੇ, ਐਡਮਿਨਿਸਟ੍ਰੇਸ਼ਨ ਸਮੂਥਲੀ ਚੱਲ ਸਕੇ। ਡੀਸੈਂਟਰਲਾਈਜੇਸ਼ਨ ਸਿਸਟਮ ਨੂੰ ਰეკਮੈਂਡ ਕੀਤਾ ਸੀ ਬਲਵੰਤ ਰਾਏ ਮਹਿਤਾ ਨੇ ਤੇ ਇਹ ਨਾਮ ਆਪਾਂ ਉਦੋਂ ਪੜ੍ਹਦੇ ਹਾਂ ਜਦੋਂ ਆਪਾਂ ਗੱਲ ਕਰਦੇ ਹਾਂ ਲੋਕਲ ਗਵਰਨਮੈਂਟ ਦੀ। ਨੈਕਸਟ ਇਜ਼ ਜਿਹੜਾ ਰੋਲਿੰਗ ਪਲਾਨ ਸੀ ਉਹਦੀ ਸਟ੍ਰੈਟਜੀ ਕਿਹੜੇ ਪ੍ਰਾਈਮ ਮਿਨਿਸਟਰ ਦੇ ਕਾਰਜਕਾਲ ਦੇ ਸਮੇਂ ਅਡਾਪਟ ਕੀਤੀ ਗਈ। The strategy of rolling plan was adopted during the prime ministership of, so right answer here is option C, Morarji Desai। The growth rate of agricultural production was negative in the, so ਅਲੱਗ-ਅਲੱਗ ਪਲਾਨ ਸੀ, ਅਲੱਗ-ਅਲੱਗ ਉਹਨਾਂ ਦੇ objective ਸੀ। ਇੱਕ ਇਹੋ ਜਿਹਾ ਪਲਾਨ ਸੀ ਜਿਹੜੇ 5 ਸਾਲਾ 5 year ਆਪਾਂ ਪਲਾਨ ਦੀ ਗੱਲ ਕਰਦੇ ਹਾਂ ਉਹਨਾਂ ਚੋਂ ਇੱਕ ਇਹੋ ਜਿਹਾ ਪਲਾਨ ਸੀ ਜਿਹਦੇ ਅੰਦਰ ਐਗਰੀਕਲਚਰ ਦੀ ਪ੍ਰੋਡਕਸ਼ਨ ਘਟ ਗਈ ਸੀ, ਗਰੋਥ ਰੇਟ ਨੈਗੇਟਿਵ ਵਿੱਚ ਆ ਗਈ ਸੀ, ਮਾਈਨਸ ਚ ਆ ਗਈ ਸੀ। ਸੋ ਉਹ ਸੀ ਤੀਜਾ ਪਲਾਨ, ਆਪਸ਼ਨ ਸੀ ਥਰਡ ਪਲਾਨ। ਤਾਰਾਪੁਰੇ ਕਮੇਟੀ ਕਿਹੜੀ ਚੀਜ਼ ਨਾਲ ਰਿਲੇਟਡ ਹੈ। ਇਹ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ ਹੈ, ਸਪੈਸ਼ਲੀ ਦਿਸ ਇਜ਼ ਇੰਪੋਰਟੈਂਟ ਫॉर all those students who are preparing for PPSC examinations। ਸੋ ਤਾਰਾਪੁਰ ਕਮੇਟੀ ਰਿਲੇਟਡ ਹੈ
ਫੁਲਰ ਕੈਪੀਟਲ ਅਕਾਊਂਟ ਕਨਵਰਟੀਬਿਲਿਟੀ ਦੇ ਨਾਲ ਆਪਸ਼ਨ ਬੀ, ਕਿਉਂਕਿ ਜਿਹੜੇ ਇਹ ਕੁਐਸਚਨ ਹੈ ਇਹ यूपीएससी बेस्ड क्वेश्चन है ਤੇ पीपीएससी ਦਾ ਇੱਕ ਟ੍ਰੈਂਡ ਰਿਹਾ ਹੈ ਕਿ ਉਹ ਮੈਕਸਿਮਮ ਕੁਐਸਚਨ ਐਜ਼ ਇਟ ਇਜ਼ यूपीएससी ਦੇ ਪ੍ਰੀਵੀਅਸ ਈਅਰ ਪੇਪਰ ਚੋਂ ਚੱਕ ਕੇ ਪਾਉਂਦੇ ਨੇ, ਸਪੈਸ਼ਲੀ ਇਕਨੋਮੀ ਦੇ ਨਾਲ ਰਿਲੇਟਡ ਕੁਐਸਚਨ। ਸੋ ਤੁਸੀਂ ਟਰਾਈ ਕਰਨਾ ਜਦੋਂ ਵੀ ਤੁਸੀਂ ਨਾਇਬ ਤਹਿਸੀਲਦਾਰ ਜਾਂ ਫਿਰ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰਨੀ ਹੈ, ਘੱਟ ਤੋਂ ਘੱਟ ਪਿਛਲੇ 10 ਤੋਂ 12 ਸਾਲ ਦੇ यूपीएससी ਦੇ ਜਿਹੜੇ ਕੁਐਸਚਨਸ ਨੇ ਉਹ ਤੁਸੀਂ ਦੇਖ ਕੇ ਜਾਣੇ ਆ। Next is 23rd question. National Development Fund was created by Government of India a few years ago. ਜਿਹੜਾ ਇਹ ਸਰਕਾਰ ਨੇ ਡਿਵੈਲਪਮੈਂਟ ਫੰਡ ਤਿਆਰ ਕੀਤਾ ਸੀ, ਇਹਦਾ ਮੇਨ ਮਕਸਦ ਕੀ ਹੈ, ਪਰਪਸ ਕੀ ਹੈ? ਸੋ ਇਹਦਾ ਪਰਪਸ ਸਿਰਫ ਹੈ ਆਪਸ਼ਨ A to boost investment in social sector project। ਹੁਣ ਸੋਸ਼ਲ ਸੈਕਟਰ ਦੇ ਅੰਦਰ ਤਿੰਨ ਚੀਜ਼ਾਂ ਨੂੰ ਮੇਨ ਟਾਰਗੇਟ ਕੀਤਾ ਗਿਆ, ਪੜ੍ਹਾਈ, ਹੈਲਥ ਤੇ ਨਾਲ ਰੋਜ਼ਗਾਰ। ਸੋ ਇਹ ਹੈ ਮੇਨ ਮਕਸਦ ਨੈਸ਼ਨਲ ਡਿਵੈਲਪਮੈਂਟ ਫੰਡ ਦਾ। With reference to union government, which of the following undertake country-wide economic census? So ਆਰਥਿਕ ਸੈਂਸਸ ਜਿਹੜਾ ਪੂਰੇ ਦੇਸ਼ ਦਾ ਲੈਂਦਾ ਹੈ Central Statistical Organization, option D। Next is very important. Rajiv Gandhi Grameen Vidyutikaran Yojana ਕਿਹੜੇ ਸਾਲ ਵਿੱਚ ਲਾਂਚ ਕੀਤੀ ਗਈ? So this was launched in the year 2005, option B। ਗ੍ਰੀਨ ਰੈਵੋਲੂਸ਼ਨ, ਇਹ ਕੁਐਸਚਨ ਵੀ ਬਾਰ-ਬਾਰ ਰਿਪੀਟ ਹੁੰਦਾ ਹੈ। ਗ੍ਰੀਨ ਰੈਵੋਲੂਸ਼ਨ ਦੇ ਅੰਦਰ ਕਿਹੜੀਆਂ ਕ੍ਰੌਪਸ ਆਉਂਦੀਆਂ ਨੇ ਜਾਂ ਇਹ ਕਿਹੜੇ ਸਾਲ ਦੇ ਵਿੱਚ ਲਾਂਚ ਹੋਈ, ਉਸ ਤੋਂ ਬਾਅਦ ਇੰਡੀਆ ਦੇ ਅੰਦਰ ਦਾ ਕੀ ਇੰਪੈਕਟ ਰਿਹਾ। ਸੋ ਬੇਸਿਕ ਜੇ ਇਕਨੋਮਿਕ ਦੇ ਕੁਐਸਚਨ ਨੇ, ਜਦੋਂ ਵੀ ਤੁਸੀਂ NCERT ਪੜ੍ਹਦੇ ਹੋ 11ਵੀਂ 12ਵੀਂ ਦੇ, ਤਾਂ ਉੱਥੋਂ ਤੁਹਾਡੇ ਸਾਰੇ ਟੌਪਿਕ ਬਹੁਤ ਈਜ਼ੀਲੀ ਕਵਰ ਹੋ ਜਾਂਦੇ ਆ। ਗ੍ਰੀਨ ਰੈਵੋਲੂਸ਼ਨ ਦੇ ਓਰੀਜਿਨੇਟਰ ਨੇ ਆਪਸ਼ਨ A ਨਾਰਮਨ E ਬੋਰਲੌਗ। ਨੈਕਸਟ ਇਜ਼ ਬ੍ਰੈਟਨ ਵੁਡ ਟਵਿਨ ਕਿਹਨੂੰ ਕਿਹਾ ਗਿਆ? ਸੋ ਇਹ ਨਾਮ ਦਿੱਤਾ ਗਿਆ ਹੈ ਦੋ ਇੰਪੋਰਟੈਂਟ ਆਰਗੇਨਾਈਜੇਸ਼ਨਸ ਦਾ, IMF ਤੇ IBRD ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਡਿਵੈਲਪਮੈਂਟ ਐਂਡ ਇੰਟਰਨੈਸ਼ਨਲ ਮੋਨਿਟਰੀ ਫੰਡ। ਸੋ ਆਪਸ਼ਨ ਇਜ਼ D। IMF ਤੇ ਵਰਲਡ ਬੈਂਕ ਦੇ ਹੈੱਡਕੁਆਰਟਰਸ ਕਿੱਥੇ ਨੇ? ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਫਰੋਮ ਇੰਟਰਨੈਸ਼ਨਲ ਇਕਨੋਮਿਕ ਆਰਗੇਨਾਈਜੇਸ਼ਨ। ਸੋ ਇਹਨਾਂ ਦੋਨਾਂ ਦੇ ਜਿਹੜੇ ਹੈੱਡਕੁਆਰਟਰਸ ਨੇ ਉਹ ਨੇ ਵਾਸ਼ਿੰਗਟਨ DC, option D। Next, moving further, 29th question. Which of the following statement is correct? So the statement is related to FRBMA, and FRBMA stands for Fiscal Responsibility and Budget Management Act। So ਜਿਹੜਾ ਇਹ ਐਕਟ ਹੈ ਇਹਦਾ ਮੇਨ ਕੰਸਰਨ ਹੈ ਫਿਸਕਲ ਤੇ ਰੈਵਨਿਊ ਡੈਫਿਸਿਟ ਦੋਨਾਂ ਦੇ ਉੱਤੇ। ਸੋ ਆਪਸ਼ਨ C ਹੈ ਉਹਦੇ ਰਾਈਟ ਆਂਸਰ। ਇੰਡੀਆ ਦਾ ਭਾਰਤ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਕਿਹੜਾ ਹੈ? ਸੋ ਇਹ ਹੈ ਬੰਬੇ ਸਟਾਕ ਐਕਸਚੇਂਜ, ਆਪਸ਼ਨ A। ਜੇ ਕੈਸ਼ ਰਿਜ਼ਰਵ ਰੇਸ਼ੋ ਸੈਂਟਰਲ ਬੈਂਕ ਘਟਾ ਦੇਵੇ ਤਾਂ ਉਹਦਾ ਕ੍ਰੈਡਿਟ ਕ੍ਰੀਏਸ਼ਨ ਉੱਤੇ ਕੀ ਅਸਰ ਪਊਗਾ? ਸੋ ਜੇ CRR ਘਟਾ ਦੇਵੇ ਤਾਂ ਜਿੰਨੇ ਕਮਰਸ਼ੀਅਲ ਬੈਂਕ ਨੇ ਉਹ ਜ਼ਿਆਦਾ ਪੈਸਾ ਲੈਣਗੇ, ਸੋ ਮਾਰਕੀਟ ਦੇ ਵਿੱਚ ਮਨੀ ਸਪਲਾਈ ਵੱਧ ਜੂਗੀ, ਸੋ ਕ੍ਰੈਡਿਟ ਕ੍ਰੀਏਸ਼ਨ ਵਿਲ ਇਨਕਰੀਜ਼, ਆਪਸ਼ਨ B। Difference between a bank and non-bank financial institution is that, so ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਪੈਸ਼ਲੀ ਨਾਇਬ ਤੇ ਕੋਆਪਰੇਟਿਵ ਐਗਜ਼ਾਮ ਦੇ ਲਈ, ਕਿਉਂਕਿ ਇਸ ਤਰ੍ਹਾਂ ਦੇ ਡਾਇਰੈਕਟਲੀ ਇਕਨੋਮਿਕ ਟਰਮਸ ਚੋਂ ਕੁਐਸਚਨ ਪੁੱਛੇ ਜਾਂਦੇ ਨੇ ਜਿਹੜੀਆਂ ਕਰੰਟ ਅਫੇਅਰ ਵਿੱਚ ਰਹਿ ਚੁੱਕੀਆਂ ਹੁੰਦੀਆਂ ਨੇ। ਸੋ ਬਾਰ-ਬਾਰ ਕਰੰਟ ਇਸ਼ੂਜ਼ ਦੇ ਵਿੱਚ NBFI ਦੀ ਗੱਲ ਹੁੰਦੀ ਹੈ। ਸੋ ਆਪਣਾ ਕੁਐਸਚਨ ਹੈ ਕਿ ਬੈਂਕ ਤੇ NBFI ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਮੇਨ ਡਿਫਰੈਂਸ ਕੀ ਹੈ? ਜਿਹੜਾ ਬੈਂਕ ਹੈ ਉਹ ਬਹੁਤ ਸਾਰੀਆਂ ਅਲੱਗ-ਅਲੱਗ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦਾ ਹੈ ਰਿਲੇਟਿੰਗ ਟੂ ਫਾਈਨੈਂਸ ਵਿਦ ਅ ਰੇਂਜ ਆਫ ਕਸਟਮਰ, ਪਰ ਜਿਹੜਾ NBFI ਹੈ ਇਹਦਾ ਮੇਨ ਕੰਮ ਹੈ ਸਿਰਫ ਔਰ ਸਿਰਫ ਜਿਹੜੇ ਵੱਡੀਆਂ ਕੰਪਨੀਜ਼ ਨੇ, ਲਾਰਜ ਐਂਟਰਪ੍ਰਾਈਜ਼ਸ ਨੇ, ਜਦੋਂ ਵੀ ਉਹਨਾਂ ਨੂੰ ਲੋਨ ਦੀ ਜ਼ਰੂਰਤ ਪਵੇ ਤਾਂ ਉਹ ਫਾਈਨੈਂਸ਼ੀਅਲ ਹੈਲਪ ਇਨ ਦ ਫਾਰਮ ਆਫ ਲੋਨ ਪ੍ਰੋਵਾਈਡ ਕਰਵਾਉਣਾ। ਸੋ ਬੈਂਕ ਦੇ ਵਿੱਚ ਤਾਂ ਹੋਰ ਬਹੁਤ ਕੁਝ ਹੁੰਦਾ ਹੈ, ਜਿਵੇਂ ਡਿਪੋਜ਼ਿਟ ਹੋ ਗਿਆ, ਵਿਡਰॉ ਕਰਵਾ ਲੈਂਦੇ ਆਪਾਂ, ਅਲੱਗ-ਅਲੱਗ ਤਰ੍ਹਾਂ ਦੇ ਅਕਾਊਂਟਸ ਖੁੱਲ੍ਹਦੇ ਨੇ। ਸੋ ਉਹ ਸਾਰੀਆਂ ਜਿਹੜੀਆਂ ਵਾਈਡ ਰੇਂਜ ਆਫ ਐਕਟੀਵਿਟੀਜ਼ ਬੈਂਕ ਪਰਫਾਰਮ ਕਰਦਾ ਹੈ ਉਹ ਇੱਕ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਹੀਂ ਪਰਫਾਰਮ ਕਰਦਾ, ਤੇ ਇਹਦੇ ਫੰਕਸ਼ਨਸ ਨੂੰ ਲੈ ਕੇ ਹੀ ਮੇਨ ਡਿਫਰੈਂਸ ਹੈ। ਰਾਈਟ ਆਂਸਰ ਇਜ਼ ਆਪਸ਼ਨ B। ਐਗਜ਼ਿਮ ਬੈਂਕ ਇੰਪੋਰਟ ਐਕਸਪੋਰਟ ਬੈਂਕ ਦਾ ਮੇਨ ਕੰਮ ਕੀ ਹੈ? ਸੋ ਇਹਦਾ ਮੇਨ ਕੰਮ ਹੈ ਕਿ ਐਕਸਪੋਰਟ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ, ਇੰਪੋਰਟ ਨੂੰ ਘਟਾਉਣਾ। ਸੋ ਆਪਸ਼ਨ C ਇਜ਼ ਦਾ ਰਾਈਟ ਆਂਸਰ। ਨੈਕਸਟ ਇੱਕ ਸਾਈਡ ਤੇ ਆਪਣੇ ਕੋਲ ਇੰਸਟੀਟਿਊਸ਼ਨਸ ਨੇ, ਦੂਜੀ ਸਾਈਡ ਤੇ ਉਹਨਾਂ ਦੇ ਫਾਰਮੇਸ਼ਨ ਈਅਰ ਹੈ। ਇਸ ਤਰ੍ਹਾਂ ਦੇ ਕੁਐਸਚਨ ਵੀ ਕਾਫੀ ਵਾਰੀ PPSC ਐਗਜ਼ਾਮ ਦੇ ਅੰਦਰ ਦੇਖਣ ਨੂੰ ਮਿਲੇ ਹੈ। ਸੋ ਹੁਣ ਆਪਾਂ ਨੇ ਇਹਨਾਂ ਨੂੰ ਸਹੀ ਮੈਚ ਕਰਨਾ ਹੈ। ਨੰਬਰ 1 ਹੈ ਨੈਸ਼ਨਲ ਸਟਾਕ ਐਕਸਚੇਂਜ।
ਸੋ ਇਹਦੀ ਫਾਰਮੇਸ਼ਨ ਹੋਈ ਸਾਲ 1992 ਵਿੱਚ, OTCEI 1989, SEBI 1988 and lastly CARE 1993. So right answer is option C 2143. Next is very important question, ਇਹ UPSC ਦੇ ਵਿੱਚ already ਆ ਚੁੱਕਿਆ ਹੈ। ਇੱਕ ਕਮਰਸ਼ੀਅਲ ਬੈਂਕ ਦੀਆਂ ਲਾਇਬਿਲਿਟੀਜ਼ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਉਹਨੇ ਵਾਪਿਸ ਕਰਨੀਆਂ ਹੁੰਦੀਆਂ ਨੇ। ਸੋ ਇਹ ਇੱਕ ਉਹਦੇ ਉੱਤੇ ਲਾਇਬਿਲਿਟੀ ਹੁੰਦੀ ਹੈ। ਫਰਸਟਲੀ ਟਾਈਮ ਡਿਪੋਜ਼ਿਟ, ਜਿਹੜਾ ਲੋਕਾਂ ਦਾ ਪੈਸਾ ਹੈ, ਡਿਮਾਂਡ ਡਿਪੋਜ਼ਿਟ, ਤੇ ਨਾਲ ਹੀ ਤੀਜਾ ਜੇ ਉਸ ਕਮਰਸ਼ੀਅਲ ਬੈਂਕ ਨੇ ਕੋਈ ਸੈਂਟਰਲ ਬੈਂਕ ਤੋਂ ਲੋਨ ਲਿਆ ਹੋਇਆ ਹੈ, ਐਡਵਾਂਸਿਸ ਫਰੋਮ ਸੈਂਟਰਲ ਬੈਂਕ, ਕਿਸੇ ਵੀ ਤਰ੍ਹਾਂ ਦੀ ਹੈਲਪ। ਸੋ ਇਹ ਤਿੰਨ ਚੀਜ਼ਾਂ ਨੇ, 3 and 4, ਇਹ ਸਾਰੀਆਂ ਕਮਰਸ਼ੀਅਲ ਬੈਂਕ ਦੀਆਂ ਲਾਇਬਿਲਿਟੀਜ਼ ਨੇ। ਨੰਬਰ 2 ਤੇ ਜਿਹੜੀ ਸਿਕਿਉਰਿਟੀ ਹੋਲਡਿੰਗ ਹੈ ਉਹ ਲਾਇਬਿਲਿਟੀ ਨਹੀਂ ਹੈ, that is an asset of a commercial bank. So right here answer here is option B 1, 3 and 4. ਡਿਬੈਂਚਰ ਹੋਲਡਰਸ ਇੱਕ ਕੰਪਨੀ ਦੇ ਕੌਣ ਹੁੰਦੇ ਨੇ? ਸੋ ਜਿਹੜੇ ਕੰਪਨੀ ਦੇ ਕ੍ਰੈਡੀਟਰਸ ਹੁੰਦੇ ਨੇ ਉਹੀ ਡਿਬੈਂਚਰ ਹੋਲਡਰਸ ਹੁੰਦੇ ਨੇ। ਆਪਸ਼ਨ B, very important question. ਨੈਕਸਟ ਹੈ ਰੀਜਨਲ ਰੂਰਲ ਬੈਂਕ ਦੇ ਨਾਲ ਰਿਲੇਟਡ ਕੁਝ ਸਟੇਟਮੈਂਟ। ਸੋ ਆਪਾਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਮੇਨ ਮਕਸਦ ਹੁੰਦਾ ਹੈ RRBs ਨੂੰ ਸੈਟਅਪ ਕਰਨ ਦਾ ਕਿ ਜਿਹੜਾ ਉਹ ਰੂਰਲ ਏਰੀਆ ਹੈ, ਰੂਰਲ ਇਕੋਨਮੀ ਹੈ, ਉਹਨੂੰ ਡਿਵੈਲਪ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਲੱਭੇ ਜਾਂਦੇ ਨੇ ਕਿ ਕਿਹੜੇ ਰੂਰਲ ਏਰੀਆਜ਼ ਦੇ ਵਿੱਚ ਬੈਂਕ ਦੀ ਲੋੜ ਹੈ। ਸੋ ਉਹ ਏਰੀਆਜ਼ ਨੂੰ ਡਿਵੈਲਪ ਕਰਨ ਦੇ ਲਈ RRBs ਨੂੰ ਸੈਟਅਪ ਕੀਤਾ ਜਾਂਦਾ ਹੈ। ਬਿਲਕੁਲ ਸਹੀ ਏਮ ਹੈ। ਦੂਜੇ ਨੰਬਰ ਤੇ ਜਿਹੜਾ ਏਰੀਆ ਹੁੰਦਾ ਹੈ ਰੂਰਲ ਰੀਜਨਲ ਬੈਂਕ ਦਾ, ਉਹ ਇੱਕ ਸਪੈਸੀਫਿਕ ਰੀਜਨ ਤੱਕ ਹੀ ਲਿਮਿਟਡ ਹੁੰਦਾ ਹੈ, ਜਿੱਥੇ ਇੱਕ ਜਾਂ ਇੱਕ ਤੋਂ ਜ਼ਿਆਦਾ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਂਦਾ ਹੈ। Comprises one or more districts. So this is again absolutely correct statement regarding RRB. Third statement, RRBs ਨੂੰ commercial bank sponsor ਕਰਦੇ ਨੇ। ਸੋ ਇਹ ਬਿਲਕੁਲ ਗਲਤ statement ਹੈ। Right answer here is option B 1 and 2 only. ਸੋ third option ਦੇ ਵਿੱਚ ਕਮਰਸ਼ੀਅਲ ਬੈਂਕ ਦੇ ਨਾਲ PSU ਤੇ ਪ੍ਰਾਈਵੇਟ ਬੈਂਕਸ ਵੀ ਆਉਂਦੇ ਨੇ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਸਪਾਂਸਰ ਕਰ ਸਕਦਾ ਹੈ। The basic objective of Indian planning. ਸੋ ਇੰਡੀਆ ਦੀ ਜਿਹੜੀ ਪਲੈਨਿੰਗ ਹੈ ਉਹਦਾ ਮੇਨ ਮਕਸਦ ਹੈ ਨੰਬਰ 1 ਇਕਨੋਮਿਕ ਗਰੋਥ, GDP ਦੇ ਵਿੱਚ ਵਾਧਾ ਕਰਨਾ, ਸੈਲਫ ਰਿਲਾਇੰਸ ਆਤਮ ਨਿਰਭਰਤਾ, ਤੇ ਥਰਡ ਹੈ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੀਆਂ ਅਪੋਰਚੁਨਿਟੀਜ਼ ਕ੍ਰੀਏਟ ਕਰਨੀਆਂ, ਇੰਪਲੋਇਮੈਂਟ ਜਨਰੇਸ਼ਨ। ਪੋਪੂਲੇਸ਼ਨ ਗਰੋਥ ਇਹ ਕੋਈ ਵੀ ਆਬਜੈਕਟਿਵ ਨਹੀਂ ਹੈ। ਪੋਪੂਲੇਸ਼ਨ ਜਿੰਨੀ ਜ਼ਿਆਦਾ ਘੱਟ ਹੋਵੇ, ਜਿੰਨੀ ਕੰਟਰੋਲ 'ਚ ਰਹੇ, ਓਨੀ ਹੀ ਪਲੈਨਿੰਗ ਸਹੀ ਤਰੀਕੇ ਨਾਲ ਇੰਪਲੀਮੈਂਟ ਹੋ ਸਕਦੀ ਹੈ। ਸੋ ਰਾਈਟ ਆਨਸਰ ਹੈ ਆਪਸ਼ਨ B 1, 2 and 3. ਨੈਕਸਟ ਇਜ਼ ਇੱਕ ਜਿਹੜੀ ਅੰਡਰ ਡਿਵੈਲਪਡ ਇਕੋਨਮੀ ਹੁੰਦੀ ਹੈ ਉਹਦਾ ਮੇਨ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਉਹ ਇੱਕ ਅੰਡਰ ਡਿਵੈਲਪਡ ਇਕੋਨਮੀ ਹੈ, ਹਜੇ ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ, ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕੁਝ ਚੀਜ਼ਾਂ ਉੱਤੇ ਕੰਮ ਕਰਨ ਦੀ। ਸੋ ਅੰਡਰ ਡਿਵੈਲਪਡ ਇਕੋਨਮੀ ਦੇ ਮੇਨ ਫੀਚਰਸ ਨੇ, ਇੱਕ ਤਾਂ ਉੱਥੋਂ ਦੀ ਪਰ ਕੈਪੀਟਾ ਇਨਕਮ ਘੱਟ ਹੋਣੀ, ਦੂਜੀ ਕੈਪੀਟਲ ਫਾਰਮੇਸ਼ਨ ਦਾ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਲੋ ਹੁੰਦਾ ਹੈ। So right answer है 1 and 2, low per capita income and low rate of capital formation. The first attempt to initiate economic planning in India. ਸਭ ਤੋਂ ਪਹਿਲੀ ਵਾਰੀ economic planning ਨੂੰ ਸ਼ੁਰੂ ਕਰਨ ਦਾ attempt ਕਿਨੇ ਕੀਤਾ ਸੀ? ਸੋ ਉਹ ਸੀ M ਵਿਸ਼ਵੇਸ਼ਵਰਯਾ, option C. This is again very important. Next again, this is a repetitive question. Decentralization ਦਾ ਜਿਹੜਾ ਸਿਸਟਮ ਸੀ ਕਿਹਨੇ ਰეკਮੈਂਡ ਕੀਤਾ? ਸੋ ਇਹਨੂੰ ਰეკਮੈਂਡ ਕੀਤਾ ਬਲਵੰਤ ਰਾਏ ਮਹਿਤਾ। Now on the left side we have 5 plans and right side ਇਹਨਾਂ ਦੇ ਮੇਨ ਆਬਜੈਕਟਿਵਸ ਨੇ। ਇਹਨਾਂ ਪਲਾਨਸ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਮੇਨ ਟਾਰਗੇਟ ਕੀਤਾ ਗਿਆ? ਸੋ ਆਪਾਂ ਨੇ ਸਹੀ ਮੈਚ ਕਰਨਾ ਹੈ। ਨੰਬਰ 1 ਜਿਹੜਾ ਪਹਿਲਾ 5 ਈਅਰ ਇਕਨੋਮਿਕ ਪਲਾਨ ਸੀ ਉਹਦਾ ਮੇਨ ਮਕਸਦ ਸੀ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮਸ ਨੂੰ ਲੈ ਕੇ ਆਉਣਾ, ਆਪਸ਼ਨ 2। ਸੈਕੰਡ ਪਲਾਨ ਇੰਡਸਟਰੀਲਾਈਜੇਸ਼ਨ ਉੱਤੇ ਫੋਕਸ ਕੀਤਾ। ਤੀਜੇ ਪਲਾਨ ਦੇ ਅੰਦਰ ਬੇਸਿਕ ਇੰਡਸਟਰੀ ਨੂੰ ਐਕਸਪੈਂਡ ਕੀਤਾ। ਚੌਥੇ ਅੰਦਰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਮੇਨ ਮਕਸਦ ਲੈ ਕੇ ਪਲਾਨ ਨੂੰ ਤਿਆਰ ਕੀਤਾ, ਅਚੀਵਮੈਂਟ ਆਫ ਸੈਲਫ ਰਿਲਾਇੰਸ ਐਂਡ ਗਰੋਥ ਵਿਦ ਸਟੇਬਿਲਿਟੀ। ਤੇ ਜਿਹੜਾ ਪੰਜਵਾਂ ਪਲਾਨ ਸੀ ਮਿਨੀਮਮ ਨੀਡ ਪ੍ਰੋਗਰਾਮ ਇਹਦੇ ਅੰਦਰ ਲਾਂਚ ਹੋਇਆ। ਸੋ ਰਾਈਟ ਆਨਸਰ ਇਜ਼ ਆਪਸ਼ਨ B 2, 1, 3, 5, 4. ਇੰਡੀਆ ਹੈਡ ਅ ਪਲਾਨ ਹੌਲੀਡੇ। ਇੰਡੀਆ ਦੇ ਅੰਦਰ ਜਿਹੜੇ 5 ਈਅਰ ਪਲਾਨਸ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਇੱਕ ਪਲਾਨ ਕਰਕੇ ਛੁੱਟੀ ਲਈ ਗਈ, ਕੁਝ ਸਮੇਂ ਦੇ ਲਈ ਪਲਾਨਸ ਨੂੰ ਸਸਪੈਂਡ ਕੀਤਾ ਗਿਆ, ਪਲਾਨਸ ਨੂੰ ਖਤਮ ਕੀਤਾ ਗਿਆ। ਸੋ ਉਹਨੂੰ ਆਪਾਂ ਕਹਿੰਦੇ ਹਾਂ ਪਲਾਨ ਹੌਲੀਡੇ। ਉਸ ਟਾਈਮ ਪੀਰੀਅਡ ਨੂੰ ਇਹ ਕਦੋਂ ਹੋਇਆ? ਇਹ ਹੋਇਆ ਜਦੋਂ 1966 ਦੇ ਵਿੱਚ ਬਿਲਕੁਲ ਸੁੱਕਾ ਪੈ ਗਿਆ ਸੀ, ਡਰਾਊਟ ਆਫ 1966 ਤੋਂ ਬਾਅਦ। ਸੋ ਰਾਈਟ ਆਨਸਰ ਇਜ਼ ਆਪਸ਼ਨ B. ਰੋਲਿੰਗ ਪਲਾਨ ਕਿਹੜੇ ਸਮੇਂ ਦੇ ਲਈ ਆਇਆ? ਰੋਲਿੰਗ ਪਲਾਨ ਆਇਆ
1978 till 83 option A। ਜਿਹੜੀ ਸਟ੍ਰੈਟਜੀ ਸੀ ਰੋਲਿੰਗ ਪਲਾਨ ਦੀ ਉਹ ਕਿਹਦੇ ਮੈਂਬਰਸ਼ਿਪ ਕਿਹਦੀ ਮਿਨਿਸਟਰਸ਼ਿਪ ਦੇ ਅੰਦਰ ਕਿਹੜੇ ਪ੍ਰਾਈਮ ਮਿਨਿਸਟਰ ਦੇ ਅੰਦਰ ਅਡਾਪਟ ਕੀਤੀ ਗਈ। ਸੋ ਇਹ ਆਈ ਦਿਸ ਇਜ਼ ਅਗੇਨ ਰੈਪੀਟੀਟਿਵ ਕੁਐਸਚਨ ਜਦੋਂ ਮੁਰਾਰਜੀ ਦੇਸਾਈ ਭਾਰਤ ਦੇ ਪ੍ਰਾਈਮ ਮਿਨਿਸਟਰ ਸੀ। ਨੈਕਸਟ ਇਜ਼ ਡੈਪਰੀਸੀਏਸ਼ਨ ਦਾ ਮਤਲਬ ਕੀ ਹੈ। ਡੈਪਰੀਸੀਏਸ਼ਨ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਆਪਾਂ ਨੈਸ਼ਨਲ ਇਨਕਮ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਇਕੋਨਮੀ ਦਾ ਬੇਸ ਪੜ੍ਹਦੇ ਹਾਂ। ਸੋ ਡੈਪਰੀਸੀਏਸ਼ਨ ਦਾ ਮਤਲਬ ਹੈ ਜਦੋਂ ਕੋਈ ਵੀ ਮਸ਼ੀਨਰੀ ਕੋਈ ਇਕਵਿਪਮੈਂਟ ਉਹਦੇ ਅੰਦਰ ਕੋਈ ਲਾਸ ਹੁੰਦਾ ਹੈ ਕੋਈ ਜਿਹੜੀ ਉਹਦੀ ਵੈਲਿਊ ਹੈ ਉਹਦੇ ਵਿੱਚ ਕਮੀ ਆਉਂਦੀ ਹੈ ਉਹਦੇ ਜ਼ਿਆਦਾ ਯੂਜ਼ ਹੋਣ ਦੇ ਕਰਕੇ ਓਵਰ ਟਾਈਮ ਡਿਊ ਟੂ ਵੀਅਰ ਐਂਡ ਟੀਅਰ ਆਪਸ਼ਨ ਬੀ ਦਿਸ ਇਜ਼ ਨੋਨ ਐਜ਼ ਡੈਪਰੀਸੀਏਸ਼ਨ। ਨੈਕਸਟ ਇਜ਼ ਜਨਰਲੀ ਆਮ ਤੌਰ ਤੇ ਜਿਹੜੀ ਡੈਫਿਸਿਟ ਫਾਈਨੈਂਸਿੰਗ ਹੈ ਉਹਦੇ ਨਾਲ ਮਹਿੰਗਾਈ ਹੁੰਦੀ ਹੈ ਪ੍ਰਾਈਸਿਸ ਇਨਕਰੀਜ਼ ਹੋ ਜਾਂਦੇ ਨੇ ਇਨਫਲੇਸ਼ਨ ਆਉਂਦੀ ਹੈ ਪਰ ਇਹਨੂੰ ਆਪਾਂ ਚੈੱਕ ਕਰ ਸਕਦੇ ਹਾਂ। ਇਹਨੂੰ ਆਪਾਂ ਚੈੱਕ ਕਿਵੇਂ ਕਰ ਸਕਦੇ ਹਾਂ। ਇਟ ਕੈਨ ਬੀ ਚੈੱਕਡ ਇਫ government expenditure increase the aggregate supply in the aggregate demand ratio। ਆਪਾਂ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹਾਂ ਕਿ ਡੈਫਿਸਿਟ ਫਾਈਨੈਂਸਿੰਗ ਦਾ ਅਸਰ ਇਨਫਲੇਸ਼ਨ ਉੱਤੇ ਨਾ ਹੋਵੇ। ਦੂਜੇ ਨੰਬਰ ਤੇ ਜਿੰਨੀਆਂ ਵੀ ਇਨਵੈਸਟਮੈਂਟ ਨੇ ਉਹਨਾਂ ਨੂੰ ਆਪਾਂ ਇੰਡੀਕੇਟ ਕਰੀਏ ਐਸ ਪੇਮੈਂਟ ਔਨ ਨੈਸ਼ਨਲ ਡੈਟ ਓਨਲੀ। ਤੀਜੇ ਨੰਬਰ ਤੇ ਜੇ ਐਗਰੀਗੇਟ ਡਿਮਾਂਡ ਹੈ ਜਿਹੜੀ ਉਹਨੂੰ ਆਪਾਂ ਵਧਾ ਦਈਏ। ਸੋ ਇਹ ਤਿੰਨੋਂ ਮੈਜਰਸ ਆਪਾਂ ਅਡਾਪਟ ਕਰਕੇ ਜਿਹੜੀ ਇਨਫਲੇਸ਼ਨ ਹੈ ਉਹਦੇ ਉੱਤੇ ਚੈੱਕ ਲਗਾ ਸਕਦੇ ਹਾਂ ਜਦੋਂ ਆਪਾਂ ਡੈਫਿਸਿਟ ਫਾਈਨੈਂਸਿੰਗ ਕਰਦੇ ਹਾਂ। ਸੋ ਆਪਸ਼ਨ ਡੀ ਇਜ਼ ਦ ਰਾਈਟ ਆਨਸਰ ਆਲ ਆਫ ਦੀ ਅਬਵ। ਤੇ ਇਉਰੇ ਤੁਸੀਂ ਇੱਕ ਚੀਜ਼ ਸਮਝਣੀ ਹੈ ਕਿ ਡੈਫਿਸਿਟ ਫਾਈਨੈਂਸਿੰਗ ਦਾ ਬੇਸਿਕ ਮਤਲਬ ਕੀ ਹੈ। ਡੈਫਿਸਿਟ ਫਾਈਨੈਂਸਿੰਗ ਹੁੰਦੀ ਕੀ ਹੈ। ਸੋ ਜਦੋਂ ਸਰਕਾਰ ਨੂੰ ਪੈਸਾ ਜ਼ਿਆਦਾ ਖਰਚਣਾ ਪੈ ਜਾਵੇ ਜ਼ਿਆਦਾ ਪੈਸਾ ਲਗਾਵੇ ਤੇ ਉਹਨੂੰ ਜਿਹੜੀ ਰੈਵਨਿਊ ਹੈ ਇਨਕਮ ਜਨਰੇਟ ਹੋ ਰਹੀ ਹੈ ਉਹ ਘੱਟ ਹੋ ਰਹੀ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਡੈਫਿਸਿਟ ਫਾਈਨੈਂਸਿੰਗ ਦੀ ਇਕੋਨਮੀ ਦੇ ਅੰਦਰ ਸਿਚੁਏਸ਼ਨ ਅਰਾਈਜ਼ ਹੁੰਦੀ ਹੈ। ਨੈਕਸਟ ਹੈ ਕਿਹੜਾ ਇਹਨਾਂ ਦੇ ਵਿੱਚੋਂ ਬੈਂਕ ਜਾਂ ਆਰਗੇਨਾਈਜੇਸ਼ਨ ਹੈ ਜਿਹੜੀ 12 ਜੁਲਾਈ 1982 ਨੂੰ ARDC ਦੇ ਨਾਲ ਮਰਜ ਹੋਈ। ਸੋ ARDC ਮਰਜ ਹੋਇਆ ਨਬਾਰਡ ਦੇ ਨਾਲ in 1982 option A very important question। Which of the following does the State Financial Corporation in State Bank of India give special assistance to। ਸੋ SBI ਦੀ ਜਿਹੜੀ ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈ ਉਹ ਸਪੈਸ਼ਲੀ ਹੈਲਪ ਦਿੰਦੀ ਹੈ ਜਿੰਨੀਆਂ ਵੀ MSME ਨੇ ਮੀਡੀਅਮ ਤੇ ਸਮਾਲ ਸਕੇਲ ਦੀਆਂ ਇੰਡਸਟਰੀਜ਼ ਨੇ। ਨੈਕਸਟ ਹੈ which of the following are central cooperative bank directly associated with। ਜਿਹੜੇ ਸੈਂਟਰ ਦੇ ਕੋਆਪਰੇਟਿਵ ਬੈਂਕ ਨੇ ਉਹ ਸਿੱਧਾ ਦੂਜੇ ਨੰਬਰ ਤੇ ਡਾਇਰੈਕਟਲੀ ਐਸੋਸੀਏਟਡ ਹੁੰਦੇ ਨੇ ਸਟੇਟ ਕੋਆਪਰੇਟਿਵ ਬੈਂਕ ਦੇ ਨਾਲ। ਸੋ ਇੱਕ ਹਾਇਰਾਰਕੀ ਚੱਲਦੀ ਹੈ ਕੋਆਪਰੇਟਿਵ ਬੈਂਕਿੰਗ ਸਿਸਟਮ ਦੀ ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ। ਨੈਕਸਟ ਹੈ ਇੰਡੀਆ ਨੇ ਪਹਿਲਾ ਇੰਡੀਅਨ ਬੈਂਕ ਕੰਪਲੀਟ ਕਦੋਂ ਇਸਟੈਬਲਿਸ਼ ਕੀਤਾ ਸੀ ਜਿਹੜਾ ਪੂਰੀ ਤਰ੍ਹਾਂ ਭਾਰਤ ਦਾ ਬੈਂਕ ਸੀ। ਫਰਸਟ ਕੰਪਲੀਟ ਇੰਡੀਅਨ ਬੈਂਕ ਇਸਟੈਬਲਿਸ਼ ਹੋਇਆ ਸਾਲ 1894 ਵਿੱਚ ਆਪਸ਼ਨ ਬੀ। ਸੈਂਟਰਲ ਬੈਂਕਿੰਗ ਫੰਕਸ਼ਨ ਇਨ ਇੰਡੀਆ ਆਰ ਪਰਫਾਰਮ ਬਾਈ। ਇੰਡੀਆ ਦੇ ਅੰਦਰ ਸੈਂਟਰਲ ਬੈਂਕ ਦਾ ਫੰਕਸ਼ਨ ਕੌਣ ਪਰਫਾਰਮ ਕਰਦਾ ਹੈ। ਵੈਰੀ ਬੇਸਿਕ ਬਟ ਇੰਪੋਰਟੈਂਟ ਕੁਐਸਚਨ। ਸੋ ਉਹ ਹੈ RBI ਰਿਜ਼ਰਵ ਬੈਂਕ ਆਫ ਇੰਡੀਆ ਆਪਸ਼ਨ ਬੀ। ਗਿਲਟ ਐਜਡ ਮਾਰਕੀਟ ਦਾ ਕੀ ਮਤਲਬ ਹੈ। ਜਿਹੜੀ ਮਾਰਕੀਟ ਸਰਕਾਰ ਦੀਆਂ ਸਿਕਿਉਰਿਟੀਜ਼ ਦੇ ਵਿੱਚ ਡੀਲ ਕਰਦੀ ਹੈ ਉਹਦੇ ਵਿੱਚ ਸੇਲ ਪਰਚੇਸ ਕਰਦੀ ਹੈ ਉਹਨੂੰ ਕਹਿੰਦੇ ਆ ਗਿਲਟ ਐਜ ਮਾਰਕੀਟ ਆਪਸ਼ਨ ਬੀ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। ਡੀਵੈਲੂਏਸ਼ਨ ਆਫ ਕਰੰਸੀ ਦਾ ਕੀ ਮਤਲਬ ਹੈ। ਇਹ ਬਾਰ-ਬਾਰ ਕੁਐਸਚਨ ਰਿਪੀਟ ਹੁੰਦਾ ਹੈ ਸਪੈਸ਼ਲੀ PPSC ਦੇ ਵਿੱਚ ਇਹ ਕੁਐਸਚਨ ਸੇਮ ਐਜ਼ ਇਟ ਇਜ਼ 2 ਤੋਂ 3 ਵਾਰੀ ਆ ਚੁੱਕਿਆ ਹੈ। ਸੋ ਡੀਵੈਲੂਏਸ਼ਨ ਆਫ ਕਰੰਸੀ ਦਾ ਮਤਲਬ ਹੈ ਜਦੋਂ ਇੰਟਰਨੈਸ਼ਨਲ ਟ੍ਰੇਡਡ ਕਰੰਸੀ ਦੇ ਮੁਕਾਬਲੇ ਆਪਣੀ ਕਰੰਸੀ ਦੀ ਵੈਲਿਊ 'ਚ ਘਾਟਾ ਆਵੇ ਰਿਡਕਸ਼ਨ ਇਨ ਦ ਵੈਲਿਊ ਆਫ ਕਰੰਸੀ ਵਿਜ਼ਾਵਿਸ ਮੇਜਰ ਇੰਟਰਨੈਸ਼ਨਲੀ ਟ੍ਰੇਡਡ ਕਰੰਸੀ। ਸੋ ਰਾਈਟ ਆਨਸਰ ਇਜ਼ ਆਪਸ਼ਨ A। ਜਦੋਂ ਤੋਂ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਇਹ ਦੇਖਿਆ ਗਿਆ ਕਿ ਡਿਵੈਲਪਮੈਂਟ ਨਾਨ ਡਿਵੈਲਪਮੈਂਟ ਖਰਚਿਆਂ ਦੇ ਵਿੱਚ ਟਾਈਮ ਟੂ ਟਾਈਮ ਇਨਕਰੀਜ਼ ਕੀਤਾ ਗਿਆ। ਬਜਟ ਦੇ ਵਿੱਚ ਇਹਨਾਂ ਦੇ ਲਈ ਸਪੈਸ਼ਲੀ ਅਲੱਗ ਤੋਂ ਜਿਹੜਾ ਪੈਸਾ ਐਲੋਕੇਟ ਹੁੰਦਾ ਹੈ ਉਹਦੇ ਵਿੱਚ ਵਾਧਾ ਕੀਤਾ ਗਿਆ। The increase in the former being a little more than in the other। Development expenditure ਦੇ ਵਿੱਚ ਜ਼ਿਆਦਾ ਵਾਧਾ ਹੋਇਆ ਹੈ ਨਾਨ ਡਿਵੈਲਪਮੈਂਟ ਦੇ ਕੰਪੈਰੀਜ਼ਨ ਦੇ ਵਿੱਚ। ਸੋ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਵੈਰੀ ਵੈਰੀ ਇੰਪੋਰਟੈਂਟ। ਜਦੋਂ ਵੀ ਤੁਸੀਂ ਇਕਨੋਮਿਕ ਸਰਵੇ ਬਜਟ ਤਿਆਰ ਕਰਦੇ ਹੋ ਤਾਂ ਉਹਦੇ ਵਿੱਚੋਂ ਕਈ ਵਾਰੀ ਇਸ ਤਰ੍ਹਾਂ ਦੇ ਕੁਐਸਚਨ ਵੀ ਪੁੱਛੇ ਜਾਂਦੇ ਨੇ ਜਿਹੜੀਆਂ ਟਰਮੀਨੋਲੋਜੀਜ਼ ਯੂਜ਼ ਹੁੰਦੀਆਂ ਨੇ। ਸੋ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਦੇ ਵਿੱਚ ਆਉਂਦੇ ਆ ਇੰਟਰਸਟ ਪੇਮੈਂਟ subsidies defense। So right answer is option C 1 2 and 3। gross domestic capital formation ਦਾ ਮਤਲਬ ਕੀ ਹੈ।
ਸੋ ਇਹਦਾ ਮਤਲਬ ਹੈ ਜਿੰਨੀ ਵੀ ਸਟਾਕ ਵਿੱਚ ਨਵੀਂ ਐਡੀਸ਼ਨ ਹੁੰਦੀ ਹੈ ਵੈਲਿਊ ਦੀ ਡੈਪਰੀਸੀਏਸ਼ਨ ਨੂੰ ਮਾਈਨਸ ਕਰਨ ਤੋਂ ਬਾਅਦ ਡੈਪਰੀਸੀਏਸ਼ਨ ਇਹਦੇ ਮੈਂ ਤੁਹਾਨੂੰ ਮੀਨਿੰਗ ਪਿੱਛੇ MCQ ਦੇ ਅੰਦਰ ਕਰਵਾਇਆ ਹੈ ਸੋ ਇਟ ਇਜ਼ ਨੈਟ ਐਡੀਸ਼ਨ ਟੂ ਸਟਾਕ ਆਫਟਰ ਡੈਪਰੀਸੀਏਸ਼ਨ ਗ੍ਰੋਸ ਡੋਮੈਸਟਿਕ ਕੈਪੀਟਲ ਫਾਰਮੇਸ਼ਨ 57th question ਜਿਹੜਾ ਕਰੰਸੀ ਕਨਵਰਟੇਬਿਲਿਟੀ ਦਾ ਕਨਸੈਪਟ ਹੈ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸੋ ਇਹਦੀ ਸ਼ੁਰੂਆਤ ਹੁੰਦੀ ਹੈ ਬ੍ਰੈਟਨ ਵੁੱਡ ਅਗਰੀਮੈਂਟ ਤੋਂ ਆਪਸ਼ਨ B 58th question ਨਰਸਿਮਾ ਕਮੇਟੀ ਨੇ ਕੁਝ ਰეკਮੈਂਡੇਸ਼ਨ ਦਿੱਤੀਆਂ ਸੀਗੀਆਂ ਸੋ RBI ਨੇ ਉਹ ਰეკਮੈਂਡੇਸ਼ਨ ਦੇ ਆਧਾਰ ਉੱਤੇ ਕੁਝ ਗਾਈਡਲਾਈਨਸ ਫਰੇਮ ਕੀਤੀਆਂ ਸੀ ਸੋ ਇਹਨਾਂ ਚਾਰਾਂ ਦੇ ਵਿੱਚੋਂ ਉਹ ਕਿਹੜੀਆਂ ਨਵੀਆਂ ਤਿਆਰ ਕੀਤੀਆਂ ਗਈਆਂ ਗਾਈਡਲਾਈਨਸ ਨੇ ਸੋ ਉਹ ਹੈ ਆਪਸ਼ਨ A ਸੋ ਇਹਦੇ ਅੰਦਰ ਕਿਹਾ ਗਿਆ ਕਿ ਜਿਹੜੇ ਨਵਾਂ ਪ੍ਰਾਈਵੇਟ ਸੈਕਟਰ ਬੈਂਕ ਨੇ ਉਹਨਾਂ ਦੀ ਤਾਂ ਐਂਟਰੀ ਲੈ ਕੇ ਆਓ ਉਹਨਾਂ ਨੂੰ ਇਕਨੋਮੀ ਦੇ ਅੰਦਰ ਮੇਨ ਰੋਲ ਦਿਓ ਉਹਨਾਂ ਦੀ ਜਿਹੜੀ ਗਵਰਨਿੰਗ ਅਥਾਰਟੀ ਹੈ ਉਹਦੇ ਵਿੱਚ ਵਾਧਾ ਕਰੋ ਤੇ ਨਾਲ ਹੀ ਇਹਦੇ ਨਾਲ ਕੀ ਹੋਊਗਾ ਜਦੋਂ ਨਵੇਂ ਪ੍ਰਾਈਵੇਟ ਸੈਕਟਰ ਦੇ ਬੈਂਕ ਦੀ ਐਂਟਰੀ ਹੋਊਗੀ ਤਾਂ ਬੈਂਕਿੰਗ ਸੈਕਟਰ ਹੋਰ ਜ਼ਿਆਦਾ ਕੰਪੀਟੀਟਿਵ ਹੋ ਜਾਊਗਾ to govern entry of new private sector bank to make banking sector more competitive. Deficit financing means that the government borrows money from the so deficit financing ਦਾ ਮਤਲਬ ਹੈ ਜਦੋਂ ਸਰਕਾਰ RBI ਤੋਂ ਪੈਸਾ ਲੈਂਦੀ ਹੈ ਮੈਂ ਤੁਹਾਨੂੰ ਪਿੱਛੇ ਸਮਝਾਇਆ ਸੀ ਕਿ ਜਦੋਂ ਸਰਕਾਰ ਨੂੰ ਉਹਨੂੰ ਇਨਕਮ ਘੱਟ ਹੋ ਰਹੀ ਹੈ ਰੈਵਨਿਊ ਜਨਰੇਟ ਘੱਟ ਹੋ ਰਿਹਾ ਹੈ ਉਹਨੂੰ ਖਰਚਾ ਜ਼ਿਆਦਾ ਕਰਨਾ ਪੈ ਰਿਹਾ ਹੈ ਉਹਨੂੰ ਪੈਸਾ ਜ਼ਿਆਦਾ ਲਗਾਉਣਾ ਪੈ ਰਿਹਾ ਹੈ ਸੋ ਉਹ ਜ਼ਿਆਦਾ ਪੈਸਾ ਕਦੋਂ ਲਗਾਊ ਉਹਨੂੰ ਇਨਕਮ ਤਾਂ ਕਿਤੋਂ ਆ ਨਹੀਂ ਰਹੀ ਸੋ ਡੈਫਿਸਿਟ ਫਾਈਨਾਂਸਿੰਗ ਦੇ ਵਿੱਚ ਜਿਹੜੀ ਸਰਕਾਰ ਖਰਚਾ ਕਰਦੀ ਹੈ ਉਹਦੇ ਲਈ ਪੈਸਾ ਲੈਂਦੀ ਹੈ RBI ਤੋਂ ਬੋਰੋ ਕਰਦੀ ਹੈ ਨੈਕਸਟ ਹੈ BIFR ਬੋਰਡ ਆਫ ਇੰਡਸਟਰੀਅਲ ਐਂਡ ਫਾਈਨੈਂਸ਼ੀਅਲ ਰੀਕਨਸਟਰਕਸ਼ਨ ਕਿਹੜੇ ਸਾਲ ਵਿੱਚ ਆਇਆ ਸੋ ਇਹ ਆਇਆ 1987 ਆਪਸ਼ਨ C next is notes on which denomination has the portrait of Mahatma Gandhi printed on them ਸੋ ਇਹਨਾਂ ਦੇ ਵਿੱਚੋਂ ਇਹ ਤਿੰਨੋਂ ਨੋਟ ਨੇ ਜਿਨ੍ਹਾਂ ਉੱਤੇ ਮਹਾਤਮਾ ਗਾਂਧੀ ਦੀ ਜਿਹੜੀ ਪਿਕਚਰ ਹੈ ਪੋਰਟਰੇਟ ਹੈ ਉਹ ਪ੍ਰਿੰਟ ਹੋਇਆ ਹੋਇਆ ਸੋ 1000 500 ਤੇ 100 ਆਪਸ਼ਨ D all of the above ਸੋ ਇਹ ਸੀ ਆਪਣਾ ਪਾਰਟ 1 ਇੰਪੋਰਟੈਂਟ ਮੇਗਾ ਸੈਸ਼ਨ ਇੰਡੀਅਨ ਇਕਨੋਮੀ MCQs ਦਾ ਪਾਰਟ 2 ਦੇ ਅੰਦਰ ਮੈਂ ਬਾਕੀ ਜਿੰਨੇ ਰਿਮੇਨਿੰਗ MCQs ਨੇ ਕਵਰ ਕਰਵਾਉਂਗੀ so this was all about today's lecture I hope you liked the video keep supporting Victor's knowledge thank you and good luck